ਤੁਸੀਂ ਦੇਖ ਰਹੇ ਹੋ ਚੱਕ ਦੇ ਟੀਵੀ ਤੇ ਦੇਸ਼ ਵਿਦੇਸ਼ ਦੀਆਂ ਖਬਰਾਂ ਲੈ ਕੇ ਮੈਂ ਗੌਰਵ ਹਾਜ਼ਰ ਹਾਂ। ਮਾਰਦੇ ਨਜ਼ਰ ਅੱਜ ਦੀਆਂ ਸੁਰਖੀਆਂ ਵੱਲ। ਮਦਦ ਦੀ ਗੁਹਾਰ ਲਾਉਂਦੇ ਲੋਕਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਤੇ ਸੁਪਰੀਮ ਕੋਰਟ ਸਖਤ। ਲੋਕਾਂ ਦੀ ਆਵਾਜ਼ ਦਬਾਉਣ ਵਾਲੀਆਂ ਸਰਕਾਰਾਂ ਦੀ ਕੀਤੀ ਤਾੜਨਾ। ਕੋਟਕਪੂਰਾ ਗੋਲੀकांड ਦੀ ਦੂਜੀ ਫਾਈਲ ਵੀ ਕੀਤੀ ਬੰਦ। ਸਿੱਖ ਜਥੇਬੰਦੀਆਂ ਨੇ ਨਿਆਂ ਪ੍ਰਣਾਲੀ ਤੇ ਲਾਏ ਗੰਭੀਰ ਦੋਸ਼। ਦੀਪ ਸਿੱਧੂ ਨੇ ਅਖੀਰ ਜਾਰੀ ਕੀਤੀ ਮਨਸ਼ਾ, ਨਵੀਂ ਪਾਰਟੀ ਬਣਾਉਣ ਲਈ ਤਿਆਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੁਰਦੁਆਰਾ ਸ਼੍ਰੀ ਸ਼ੀਸ਼ਗੰਜ ਵਿਖੇ ਸ਼ਿਰਕਤ। ਟਵੀਟ ਕਰ ਕੀਤਾ ਗੁਰੂ ਤੇਗ ਬਹਾਦਰ ਜੀ ਨੂੰ ਨਮਨ। ਗੁਜਰਾਤ ਦੇ ਹਸਪਤਾਲ ਵਿੱਚ ਲੱਗੀ ਅੱਗ, ਜਿੰਦਾ ਸੜਨ ਨਾਲ 18 ਮਰੀਜ਼ਾਂ ਦੀ ਮੌਤ। ਹੁਣ ਖਬਰਾਂ ਵਿਸਥਾਰ ਨਾਲ। ਕੋਰੋਨਾ ਮਹਾਮਾਰੀ ਦੇ ਚੱਲਦਿਆਂ ਜਿੱਥੇ ਭਾਰਤ ਵਿੱਚ ਸਿਹਤ ਸਹੂਲਤਾਂ ਦੀ ਵਿਵਸਥਾ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਬਹੁਤੀਆਂ ਸੂਬਾ ਸਰਕਾਰਾਂ ਦੀਆਂ ਨਾਕਾਮੀਆਂ ਤੋਂ ਪਰਦੇ ਉੱਠ ਚੁੱਕੇ ਨੇ, ਆਪਦੀਆਂ ਨਾਕਾਮੀਆਂ ਲੁਕਾਉਣ ਲਈ ਸਰਕਾਰਾਂ ਦੇ ਤਾਨਾਸ਼ਾਹ ਵਤੀਰੇ ਵੀ ਸਾਹਮਣੇ ਆਏ। ਉੱਤਰ ਪ੍ਰਦੇਸ਼ ਵਿੱਚ ਸੋਸ਼ਲ ਸਾਈਟਸ ਤੇ ਮਦਦ ਦੀ ਗੁਹਾਰ ਲਾਉਂਦੇ ਲੋਕਾਂ ਦੇ ਖਿਲਾਫ ਯੋਗੀ ਆਦਿੱਤਿਆਨਾਥ ਦੀ ਸਰਕਾਰ ਨੇ ਖਤਰਨਾਕ ਕਾਨੂੰਨੀ ਧਾਰਾਵਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦੀ ਬੀਤੇ ਕੱਲ ਸੁਪਰੀਮ ਕੋਰਟ ਵੱਲੋਂ ਸਖਤ ਤਾੜਨਾ ਕੀਤੀ ਗਈ। जो योगी आदित्यनाथ उन लोग के खिलाफ कार्रवाई होगी। मैं यहाँ खड़ी हूँ, करके दिखाओ। मेरे पापा ऊपर है, तुम अपने घर में आराम से बैठे हो। ਸੁਪਰੀਮ ਕੋਰਟ ਦੇ ਜਸਟਿਸ ਡੀ.ਵਾਈ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਕੋਵਿਡ-19 ਦੀ ਦੂਜੀ ਲਹਿਰ ਨੂੰ ਕੌਮੀ ਸੰਕਟ ਕਰਾਰ ਦਿੰਦਿਆਂ ਇੰਟਰਨੈਟ ਤੇ ਸ਼ਿਕਾਇਤਾਂ ਜਾਂ ਮਦਦ ਦੀ ਗੁਹਾਰ ਲਾਉਣ ਵਾਲੇ ਕਿਸੇ ਪੋਸਟ ਖਿਲਾਫ ਕੋਈ ਕਾਰਵਾਈ ਕਰਨ ਤੋਂ ਵਰਜਦਿਆਂ ਕਿਹਾ, ਜੇਕਰ ਵਿਪਤਾ 'ਚ ਘਿਰੇ ਨਾਗਰਿਕਾਂ ਖਿਲਾਫ ਅਜਿਹੀ ਪੋਸਟਾਂ ਲਈ ਕੋਈ ਕਾਰਵਾਈ ਕੀਤੀ ਗਈ ਤਾਂ ਅਸੀਂ ਇਸ ਨੂੰ ਅਦਾਲਤ ਦੀ ਤੋਹੀਨ ਵਜੋਂ ਲਵਾਂਗੇ। ਜ਼ਿਕਰਯੋਗ ਹੈ ਕਿ ਬੀਤੇ ਦਿਨਾਂ ਵਿੱਚ ਕਰੋਨਾ ਮਹਾਮਾਰੀ ਦੇ ਵਿਗੜਦੇ ਹਾਲਾਤਾਂ ਦੇ ਚੱਲਦਿਆਂ ਬੇਬਸ ਲੋਕਾਂ ਨੇ ਸੋਸ਼ਲ ਸਾਈਟਾਂ ਤੇ ਇੱਕ ਦੂਜੇ ਨੂੰ ਆਕਸੀਜਨ ਅਤੇ ਵੈਕਸੀਨ ਦੀ ਮਦਦ ਲਈ ਗੁਹਾਰ ਲਾਉਣੀ ਸ਼ੁਰੂ ਕਰ ਦਿੱਤੀ ਸੀ, ਜਿਸ ਦੇ ਚੱਲਦੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੀਆਂ ਮੁੱਢਲੀਆਂ ਅਤੇ ਸਿਹਤ ਸਹੂਲਤਾਂ ਦੀਆਂ ਨਾਕਾਮੀਆਂ ਤੋਂ ਪਰਦੇ ਉੱਠਣ ਲੱਗੇ। ਆਪਦੀਆਂ ਨਾਕਾਮੀਆਂ ਲੁਕਾਉਣ ਵਾਸਤੇ ਸੂਬਾ ਸਰਕਾਰਾਂ ਨੇ ਮਦਦ ਦੀ ਗੁਹਾਰ ਲਾਉਣ ਵਾਲਿਆਂ ਖਿਲਾਫ ਕਾਨੂੰਨੀ ਸ਼ਿਕੰਜੇ ਤਿਆਰ ਕਰ ਲਏ। ਅਜਿਹੇ ਮਾਮਲੇ ਸਭ ਤੋਂ ਵੱਧ ਉੱਤਰ ਪ੍ਰਦੇਸ਼ ਵਿੱਚ ਯੋਗੀ ਆਦਿੱਤਿਆਨਾਥ ਦੀ ਸਰਕਾਰ ਹੇਠ ਦੇਖਣ ਨੂੰ ਮਿਲੇ, ਜਿੱਥੇ ਆਕਸੀਜਨ ਲਈ ਗੁਹਾਰ ਲਾਉਂਦੇ ਲੋਕਾਂ ਖਿਲਾਫ ਕੌਮੀ ਸੁਰੱਖਿਆ ਐਕਟ UAPA ਲਾ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਯੋਗੀ ਸਰਕਾਰ ਵੱਲੋਂ ਨਾਕਾਮੀ ਤੋਂ ਪਰਦਾ ਚੁੱਕਣ ਤੇ ਜਾਇਦਾਦ ਜ਼ਬਤ ਕਰਨ ਦੇ ਵੀ ਹੁਕਮ ਦਿੱਤੇ ਗਏ। ਲਖਨਊ ਦੇ ਇੱਕ ਹਸਪਤਾਲ ਦੇ ਬਾਹਰ ਆਪਦੇ ਬਾਪ ਨੂੰ ਗਵਾ ਚੁੱਕੀ ਇਸ ਕੁੜੀ ਦੇ ਵੈਨ ਸੁਣੋ। 4,70,000 रुपए जमा कर चुकी हूँ और इन लोग को पता भी नहीं है कि मेरे पापा का कौन सा टेस्ट हुआ है, कौन सा नहीं हुआ है। यहाँ पे आज सुबह से 2 बार ऑक्सीजन पूरा खत्म हो चुका है। ऊपर लोग हैं जिनका ऑक्सीजन सिंगल डिजिट में, मेरे पापा का ऑक्सीजन 6 पे था। यहाँ पे वो हैंड वाले पंप यूज कर रहे हैं, एक दिन का 40,000 लेकर। तो प्लीज टेल पीपल कि जो योगी आदित्यनाथ, जो इन लोगों ने बोला था ना कि जो बोल रहा है कि ऑक्सीजन कम है उन लोग के खिलाफ कार्रवाई होगी, मैं यहाँ खड़ी हूँ, करके दिखाओ। मेरे पापा ऊपर है, तुम अपने घर में आराम से बैठे हो, आगे दिखाओ। अभी हिम्मत हो यहाँ पे अपना मुंह लेके आओ। ਦੱਸਣਾ ਬਣਦਾ ਹੈ ਕਿ ਕਰੋਨਾ ਮਹਾਮਾਰੀ ਦੇ ਚੱਲਦਿਆਂ ਲੋਕਾਂ ਨੇ ਮੋਦੀ ਸਰਕਾਰ ਦੀ ਨਾਕਾਮੀ ਸਪਸ਼ਟ ਹੁੰਦਿਆਂ ਦੇਖ ਫੇਸਬੁੱਕ ਤੇ ਮੋਦੀ ਅਸਤੀਫਾ ਦੇਵੇ ਦਾ ਹੈਸ਼ਟੈਗ ਵਰਤ ਟ੍ਰੈਂਡ ਚਲਾ ਦਿੱਤਾ ਸੀ, ਜਿਸ ਦਾ ਬਹੁਤ ਵੱਡਾ ਅਸਰ ਦੇਖਣ ਨੂੰ ਮਿਲਿਆ। ਪਰ ਫੇਸਬੁੱਕ ਵੱਲੋਂ ਇਸ ਹੈਸ਼ਟੈਗ ਨੂੰ ਬਲੌਕ ਕਰ ਦਿੱਤਾ ਗਿਆ। ਭਾਵੇਂ ਇਹ 1 ਘੰਟੇ ਉਪਰੰਤ ਅਨਬਲੌਕ ਕਰ ਦਿੱਤਾ ਗਿਆ, ਪਰ ਇਸ ਦੇ ਨਾਲ ਲੋਕਾਂ ਵੱਲੋਂ ਫੇਸਬੁੱਕ ਤੇ ਭਾਰਤ ਸਰਕਾਰ ਦੇ ਦਬਾਅ ਹੇਠ ਹੋਣ ਦੇ ਇਨਕਸ਼ਾਫ ਜ਼ਾਹਿਰ ਕੀਤੇ ਗਏ। ਪਹਿਲਾਂ ਹੀ ਬਿਮਾਰੀ ਨੇ ਝੰਜੋੜੇ ਲੋਕਾਂ ਤੇ ਸਰਕਾਰਾਂ ਵੱਲੋਂ ਵਰਤੇ ਜਾਂਦੇ ਤਾਨਾਸ਼ਾਹੀ ਵਤੀਰੇ ਤੇ ਸੁਪਰੀਮ ਕੋਰਟ ਵੱਲੋਂ ਕੀਤੀ ਇਸ ਤਾੜਨਾ ਦਾ ਅਸਰ ਦੇਖਣ ਦੀ ਆਸ ਜਤਾਈ ਜਾ ਸਕਦੀ ਹੈ। ਬੀਤੇ ਕੱਲ ਬੇਅਦਬੀ ਮਾਮਲਾ ਅਤੇ ਕੋਟਕਪੂਰਾ ਗੋਲੀकांड ਦੀ ਜਾਂਚ ਰੱਦ ਹੋਣ ਤੋਂ ਨਾਰਾਜ਼ ਸਿੱਖ ਜਥੇਬੰਦੀਆਂ ਵੱਲੋਂ ਫੈਸਲੇ ਦੀਆਂ ਕਾਪੀਆਂ ਸਾੜੀਆਂ ਗਈਆਂ ਸੀ।
ਅਤੇ ਹਾਈ ਕੋਰਟ ਦੇ ਫੈਸਲੇ ਤੇ ਵੀ ਗੰਭੀਰ ਇਲਜ਼ਾਮ ਲਾਉਂਦਿਆਂ ਉਹਨਾਂ ਕਿਹਾ ਸੀ ਕਿ ਅਸੀਂ ਕਿਸਾਨੀ ਅੰਦੋਲਨ ਦੀਆਂ ਜੜ੍ਹਾਂ 'ਚ ਦਾਤੀ ਨਹੀਂ ਫੇਰਨਾ ਚਾਹੁੰਦੇ। ਕਿਸਾਨੀ ਅੰਦੋਲਨ ਦਾ ਕੋਈ ਫੈਸਲਾ ਆਉਂਦਿਆਂ ਹੀ ਮੋਰਚੇ ਦੀ ਮੁੜ ਸ਼ੁਰੂਆਤ ਕੀਤੀ ਜਾਵੇਗੀ। ਬੇਅਦਬੀ ਮਾਮਲਾ ਅਤੇ ਕੋਟਕਪੂਰਾ ਗੋਲੀकांड ਮਾਮਲੇ 'ਚ ਜਾਂਚ ਰਿਪੋਰਟ ਰੱਦ ਹੋਣ ਮਗਰੋਂ ਇੱਕ ਤੋਂ ਬਾਅਦ ਦੂਜੀ ਫਾਈਲ ਵੀ ਬੰਦ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਐਸਐਚਓ ਗੁਰਦੀਪ ਸਿੰਘ ਪੰਧੇਰ ਅਤੇ ਡੀਐਸਪੀ ਬਲਜੀਤ ਸਿੰਘ ਸਿੱਧੂ ਖਿਲਾਫ ਅਦਾਲਤ ਵਿੱਚ ਚਲਾਨ ਪੇਸ਼ ਕੀਤੇ ਗਏ ਸੀ ਅਤੇ ਦੂਜੇ ਪਾਸੇ ਗੁਰਦੀਪ ਪੰਧੇਰ ਨੇ ਸਿੱਖ ਅੰਦੋਲਨਕਾਰੀਆਂ ਵੱਲੋਂ ਪੁਲਿਸ ਮੁਲਾਜ਼ਮਾਂ ਉੱਪਰ ਕਾਤਲਾਨਾ ਹਮਲਾ ਕਰਨ ਦੇ ਦੋਸ਼ ਲਾਏ ਸੀ, ਜਿਸ ਨੂੰ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੜਤਾਲ ਦੌਰਾਨ ਸਿੱਖ ਅੰਦੋਲਨਕਾਰੀਆਂ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਗੁਰਦੀਪ ਸਿੰਘ ਪੰਧੇਰ ਨੇ ਹਾਈ ਕੋਰਟ 'ਚ ਜਾਂਚ ਟੀਮ ਦੇ ਮੈਡੀਕਲ ਰਿਪੋਰਟਾਂ ਪੇਸ਼ ਨਾ ਕਰਨ ਅਤੇ ਪੁਲਿਸ ਮੁਲਾਜ਼ਮਾਂ ਦਾ ਬਿਆਨ ਨਾ ਲਏ ਜਾਣ ਨੂੰ ਮੁੱਖ ਰੱਖਦਿਆਂ ਚੁਣੌਤੀ ਦਿੱਤੀ ਸੀ। ਫਰੀਦਕੋਟ ਦੇ ਵਧੀਕ ਸੈਸ਼ਨ ਜੱਜ ਨੇ ਆਪਣੇ ਹੁਕਮ ਵਿੱਚ ਕਿਹਾ ਹੈ ਕਿ ਜਦੋਂ ਹਾਈ ਕੋਰਟ ਚਲਾਨ ਰੱਦ ਕਰ ਚੁੱਕੀ ਹੈ ਤਾਂ ਸਥਾਨਕ ਅਦਾਲਤ ਕੋਲ ਮੁਕੱਦਮੇ ਨੂੰ ਚੱਲਦਾ ਰੱਖਣ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਰਹਿ ਜਾਂਦਾ। ਉਧਰ ਫੈਸਲੇ ਤੋਂ ਨਾਰਾਜ਼ ਸਿੱਖ ਜਥੇਬੰਦੀਆਂ ਵੱਲੋਂ ਬੀਤੇ ਕੱਲ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਕ ਵਿੱਚ ਫੈਸਲੇ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਭਾਈ ਰਣਜੀਤ ਸਿੰਘ ਨੇ ਭਾਰਤ ਦੀ ਨਿਆਂ ਪ੍ਰਣਾਲੀ ਤੇ ਇਨਸਾਫ ਨਾ ਕਰਨ ਦੇ ਦੋਸ਼ ਲਾਉਂਦਿਆਂ ਬਾਦਲ ਪਰਿਵਾਰ ਅਤੇ ਚੌਟਾਲਾ ਪਰਿਵਾਰ ਦੀ ਨੇੜਤਾ ਨੂੰ ਉਜਾਗਰ ਕੀਤਾ। ਉਹਨਾਂ ਕਿਹਾ ਕਿ ਚੌਟਾਲਾ ਸਰਕਾਰ ਦੇ ਐਡਵੋਕੇਟ ਜਨਰਲ ਅਤੇ ਡਿਪਟੀ ਐਡਵੋਕੇਟ ਜਨਰਲ ਉਹ ਅੱਜ ਜੱਜ ਅਤੇ ਵਕੀਲ ਬਣ ਇਸ ਕੇਸ ਦੀ ਪੈਰਵਾਈ ਕਰ ਰਹੇ ਨੇ ਅਤੇ ਮੁਲਜ਼ਮਾਂ ਨੂੰ ਬਿਨਾਂ ਮੰਗੇ ਕਲੀਨ ਚਿੱਟ ਦੇਣਾ ਨਿਆਂ ਪ੍ਰਣਾਲੀ ਅਤੇ ਸਰਕਾਰ ਦੀ ਮਿਲੀਭੁਗਤ ਦੱਸਦਾ ਹੈ। ਪੰਜਾਬ ਸਰਕਾਰ, ਚੀਫ ਜਸਟਿਸ ਆਫ ਇੰਡੀਆ, ਚੀਫ ਜਸਟਿਸ ਹਰਿਆਣਾ ਪੰਜਾਬ ਹਾਈ ਕੋਰਟ, ਇਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਤੁਹਾਡੀਆਂ ਅੱਖਾਂ ਥੱਲੇ ਸਭ ਕੁਝ ਠੀਕ ਨਹੀਂ ਹੋ ਰਿਹਾ। ਸਾਡੀ ਸਿੱਖ ਕੌਮ ਨਾਲ ਗਦਾਰੀ ਹੋ ਰਹੀ ਹੈ। ਸਾਲਾਂ ਤੋਂ ਲਟਕਦੇ ਮਾਮਲੇ ਜਿਹਦੇ ਲੋਕ ਅੱਖਾਂ ਟੱਟ ਕੇ ਇੰਤਜ਼ਾਰ ਕਰ ਰਹੇ ਸੀ, ਸਾਨੂੰ ਉਹਦੇ ਲਈ ਢੋਲ ਫੱਕਣੀ ਪਈ। ਤੋ ਇਹ ਜਿਹੜੇ ਜਸਟਿਸ ਨੇ ਇਹ ਆਪਣੀਆਂ ਯਾਰੀਆਂ ਪਾਲਦੇ ਪਏ ਨੇ। ਚੀਫ ਜਸਟਿਸ ਸਾਹਿਬ ਨੂੰ ਪਤਾ ਨਹੀਂ। ਤੋ ਅਸੀਂ ਇਹ ਪ੍ਰੋਟੈਸਟ ਇਸ ਕਰਕੇ ਕੀਤਾ ਕਿ ਸਾਨੂੰ ਬੇਸ਼ੱਕ ਸਜ਼ਾ ਦਿਓ ਇਹਦੀ, ਸਾਨੂੰ ਕੋਈ ਅਸੀਂ ਇਸ ਮਕਸਦ ਲਈ ਆਪਣਾ ਸਰੀਰ ਦਾਨ ਕਰਨ ਨੂੰ ਵੀ ਤਿਆਰ ਹਾਂ, ਪਰ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਕਿ ਤੁਸੀਂ ਚੰਦ ਟੱਕਿਆਂ ਤੇ ਵਿਕਣ ਵਾਲੇ ਜੱਜ ਜਿਹੜੇ ਨੇ ਉਹ ਸਾਡੀ ਕੌਮ ਦੀ ਹੋਣੀ ਨਾਲ ਬੇਇਨਸਾਫੀ ਕਰ ਜਾਣ। ਸਖਤ ਹੱਦ ਹੋ ਗਈ ਆ। ਇੱਕ ਚੌਟਾਲਾ ਸਰਕਾਰ ਦੇ ਵਿੱਚ ਐਡਵੋਕੇਟ ਜਨਰਲ, ਦੂਜਾ ਡਿਪਟੀ ਐਡਵੋਕੇਟ ਜਨਰਲ, ਉਹ ਦੋਵੇਂ ਅੱਜ ਜੱਜ ਤੇ ਵਕੀਲ ਨੇ। ਇੱਕ ਵਕੀਲ ਬਣ ਕੇ ਸਰਸਰ ਕਰ ਰਿਹਾ ਜਿਹੜਾ ਕੱਲ ਉਹਨੂੰ ਸਰਸਰ ਕਰਦਾ ਸੀ, ਇੱਕ ਉਹਨੂੰ ਫੈਸਲਾ ਦੇ ਰਿਹਾ ਤੇ ਫੈਸਲਾ ਲੈਣ ਲਈ ਕੋਈ ਅਜਨਬੀ ਭੇਜਿਆ ਜਾ ਰਿਹਾ। ਪੁਲਿਸ ਅਫਸਰ ਬਾਦਲ ਆਪ ਨਹੀਂ ਜਾ ਰਹੇ, ਜਿਹੜਾ ਅਜਨਬੀ ਭੇਜਿਆ ਜਾ ਰਿਹਾ ਉਹਦੇ ਤੇ ਇੱਕ ਲਾਈਨ ਨਹੀਂ ਲਿਖੀ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਇਸ ਵਕਤ ਪੰਜਾਬ ਵਿੱਚੋਂ ਉੱਠਿਆ ਕਿਸਾਨੀ ਸੰਘਰਸ਼ ਅੱਜ ਸਿਖਰ ਤੇ ਹੈ, ਜਿਸ ਦੇ ਚੱਲਦੇ ਸਿੱਖ ਜਥੇਬੰਦੀਆਂ ਇੱਕ ਹੋਰ ਮੋਰਚਾ ਵਿੱਢ ਕਿਸਾਨੀ ਅੰਦੋਲਨ ਦੀਆਂ ਜੜ੍ਹਾਂ 'ਚ ਦਾਤੀ ਨਹੀਂ ਫੇਰਨਾ ਚਾਹੁੰਦੀਆਂ, ਪਰ ਜਦੋਂ ਹੀ ਕਿਸਾਨੀ ਅੰਦੋਲਨ ਦਾ ਕੋਈ ਹੱਲ ਨਿਕਲ ਕੇ ਸਾਹਮਣੇ ਆਉਂਦਾ ਉਸੇ ਵਕਤ ਬੇਅਦਬੀ ਮਸਲੇ ਤੇ ਮੋਰਚੇ ਦਾ ਐਲਾਨ ਕੀਤਾ ਜਾਵੇਗਾ। ਅਸੀਂ ਇਹ ਆਵਾਜ਼ ਕਰਾਂਗੇ ਕਿਸਾਨ ਮੋਰਚੇ ਨੂੰ, ਕਿਉਂਕਿ ਸਾਰਾ ਪੰਜਾਬ ਜਿਹੜਾ ਉੱਥੇ ਬੈਠਾ ਹੋਇਆ ਟਾਈਮ ਕੱਢ ਕੇ ਤੇ ਬੜੇ ਲੰਬੇ ਸਮੇਂ ਤੋਂ, ਹੁਣ ਉਹ ਬੜੇ ਮਹੱਤਵਪੂਰਨ ਪੜਾਅ ਤੇ ਪਹੁੰਚ ਚੁੱਕਾ। ਉਹਦੇ ਵਿੱਚ ਅਸੀਂ ਕਿਤੇ ਵੀ ਗੁਸਤਾਖੀ ਨਹੀਂ ਕਰਨੀ ਚਾਹੁੰਦੇ, ਕੋਈ ਗਲਤੀ ਨਹੀਂ ਕਰਨੀ ਚਾਹੁੰਦੇ ਜਿਹਦੇ ਨਾਲ ਉਸ ਮੋਰਚੇ ਦੀ ਜਾਨ ਨਿਕਲੇ ਜਾਂ ਕਮਜ਼ੋਰ ਪਵੇ, ਕਿਉਂਕਿ ਇੱਥੋਂ ਉਹਨੂੰ ਸਪੋਰਟ ਦੀ ਲੋੜ ਆ, ਉੱਥੇ ਏਕਤਾ ਦੀ ਲੋੜ ਆ। ਏਕਤਾ ਦੀਆਂ ਬਰਕਤਾਂ ਤੇ ਇੱਥੋਂ ਪੰਜਾਬ 'ਚ ਉਹਨੂੰ ਸਪੋਰਟ ਮਿਲੂਗੀ ਤੇ ਬਹੁਤ ਜਲਦੀ ਹੱਲ ਹੋਣ ਦੀ ਆਸ ਹੈ ਸਾਨੂੰ। ਜਦੋਂ ਉਹ ਹੱਲ ਹੋਇਆ ਉਦੋਂ ਅਸੀਂ ਇਹ ਜਿਹੜੇ ਸਾਡੇ ਧਰਮ ਦੇ ਮਾਮਲੇ ਨੇ ਉਹਨਾਂ ਨੂੰ ਅਸੀਂ ਪਹਿਲ ਦੇ ਆਧਾਰ ਤੇ ਉਹਨਾਂ ਨਾਲ ਉੱਥੇ ਹੀ ਪਹੁੰਚੇ ਸੁਖਪਾਲ ਖਹਿਰਾ ਨੇ ਟ੍ਰਾਇਲ ਕੋਰਟ ਦੀ ਕਾਰਗੁਜ਼ਾਰੀ ਨੂੰ ਹਾਈ ਕੋਰਟ ਵੱਲੋਂ ਹਾਈਜੈਕ ਕਰ ਲਏ ਜਾਣ ਦੇ ਇਲਜ਼ਾਮ ਲਾਏ। ਸੁਖਪਾਲ ਖਹਿਰਾ ਨੇ ਅਕਾਲੀ ਦਲ ਨੂੰ ਅਖੌਤੀ ਪੰਥਕ ਸਰਕਾਰ ਦੱਸਿਆ ਅਤੇ ਅਦਾਲਤ ਨੂੰ 13 ਮਈ ਨੂੰ ਆਉਣ ਵਾਲੇ ਫੈਸਲੇ ਲੈਣ ਤੋਂ ਪਹਿਲਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਣ ਦੀ ਗੁਹਾਰ ਲਾਈ। ਦੋ ਵਰਗੇ ਸੰਗੀਨ ਕਤਲ ਦੇ ਮਾਮਲਿਆਂ ਵਿੱਚ ਜਿੰਨੇ ਪੁਲਿਸ ਵਾਲੇ ਸੀਗੇ, ਚਰਨਜੀਤ ਸ਼ਰਮਾ ਸਮੇਤ ਜਿੰਨੇ ਥਾਣੇਦਾਰ, ਜਿੰਨੇ ਕੋਈ ਇੰਸਪੈਕਟਰ, DIG ਨਾਮਜ਼ਦ ਸੀਗੇ, ਚਾਹੇ ਉਹ ਬਾਈਬਲ ਕਲਾਂ ਦੇ ਕਤਲ ਨੇ ਤੇ ਚਾਹੇ ਉਹ 307 ਦਾ ਅਜੀਤ ਸਿੰਘ ਦੇ ਗੋਲੀ ਲੱਗਣ ਦਾ ਮਾਮਲਾ ਹੈ ਇਸੇ ਕੋਟਕਪੂਰੇ ਚੌਂਕ 'ਚ, ਸਾਰਿਆਂ ਦੀਆਂ ਅਗਾਊਂ ਜ਼ਮਾਨਤਾਂ ਹੋ ਚੁੱਕੀਆਂ ਨੇ, ਅਨਹਰਡ ਆਫ। ਇਸ ਕਰਕੇ ਇਹ ਜਿਹੜਾ ਬੜਾ ਅਨਿਆਏ ਹੋਇਆ ਵਾ ਔਰ ਇਹ ਜਿਹੜੀ ਜੱਜਮੈਂਟ ਆਈ ਆ
ਇਹ ਜੱਜ ਸਾਹਿਬ ਤਾਂ ਇਹ ਕਹਿੰਦੇ ਨੇ ਕਿ ਫਲਾਣੇ ਅਫਸਰ ਨੇ ਸਿਆਸਤ ਤੋਂ ਪ੍ਰੇਰਿਤ ਕੀਤੀ ਆ। ਸਾਡਾ ਮੰਨਣਾ ਕਿ ਕੁੱਲ ਮਿਲਾ ਕੇ ਜੱਜਮੈਂਟ ਹੀ ਸਿਆਸਤ ਤੋਂ ਪ੍ਰੇਰਿਤ ਹੈ, ਕਿਉਂਕਿ ਜਿਹੜੇ ਕੰਮ ਜਿਹੜੇ ਅਧਿਕਾਰ ਹਾਈ ਕੋਰਟ ਨੇ ਆਪਣੇ ਕੋਲ ਲੈ ਲਏ ਉਹ ਤਾਂ ਫਰੀਦਕੋਟ ਦੇ ਟ੍ਰਾਇਲ ਕੋਰਟ ਦਾ ਕੰਮ ਸੀਗਾ। ਫਰੀਦਕੋਟ ਦੇ ਟ੍ਰਾਇਲ ਕੋਰਟ ਵਿੱਚ SIT ਨੇ 9 ਚਲਾਨ ਪੇਸ਼ ਕੀਤੇ ਸੀਗੇ। ਇਹ ਟ੍ਰਾਇਲ ਕੋਰਟ ਨੇ ਦੇਖਣਾ ਸੀਗਾ ਕਿ ਇਹਨਾਂ ਚਲਾਨਾਂ ਵਿੱਚ ਕੋਈ ਉਨਤਾਈ ਹੈ, ਕਿਸੇ ਗੁਨਾਹਗਾਰ ਨੂੰ ਜਿਹੜਾ ਹੈ ਕਿਸੇ ਨੂੰ ਬਖਸ਼ਿਆ ਤਾਂ ਨਹੀਂ ਜਾ ਰਿਹਾ, ਕਿਸੇ ਬੇਗੁਨਾਹ ਨੂੰ ਫਸਾਇਆ ਤਾਂ ਨਹੀਂ ਜਾ ਰਿਹਾ, ਵਿਟਨੈਸ ਅਕਾਊਂਟ ਕੀ ਹੈਗਾ ਵਾ, ਫੈਕਟ ਫਾਈਂਡਿੰਗ ਕੀ ਆ। ਇਹ ਪਹਿਲੀ ਵਾਰ ਦੇਖਿਆ ਕਿ ਹਾਈ ਕੋਰਟ ਨੇ ਟ੍ਰਾਇਲ ਕੋਰਟ ਦਾ ਰੋਲ ਜਿਹੜਾ ਸੀਗਾ ਉਹ ਹਾਈਜੈਕ ਕਰ ਲਿਆ ਔਰ ਆਰਟੀਕਲ 226 ਹੈ ਨਾ ਕਨਸਟੀਟਿਊਸ਼ਨ ਦਾ, ਜਿਹਦੇ ਤਹਿਤ ਇਹ ਜਿਹੜੇ ਮੁਜਰਮ ਸੀਗੇ ਜਿਨ੍ਹਾਂ ਨੇ ਇਹ ਰਿਟ ਪਟੀਸ਼ਨ ਕੀਤੀ ਸੀ ਹਾਈ ਕੋਰਟ 'ਚ, ਆਰਟੀਕਲ 226 ਇੱਕ ਮਿੰਟ ਜੀ, ਆਰਟੀਕਲ 226 ਦੇ ਤਹਿਤ ਫੈਕਟ ਫਾਈਂਡਿੰਗ ਜਾਣਾ, ਛੋਟੇ ਜਿਹੜੇ ਮੁੱਦੇ ਨੇ ਉਹ ਟ੍ਰਾਇਲ ਕੋਰਟ ਦੇ ਜਿਹੜੇ ਅਖਤਿਆਰ ਅਧੀਨ ਹੈ, ਇਹ ਉਹਨਾਂ ਦਾ ਰੋਲ ਹੀ ਨਹੀਂ ਸੀਗਾ। ਇਸ ਕਰਕੇ ਸਾਨੂੰ ਇਹ ਲੱਗਦਾ ਵਾ ਕਿ ਇਹਦੇ ਪਿੱਛੇ ਕੋਈ ਬਹੁਤ ਵੱਡੀ ਸਾਜ਼ਿਸ਼ ਹੈ। ਔਰ ਜਿਨ੍ਹਾਂ ਲੋਕਾਂ ਨੇ ਕੋਈ ਅਰਜ਼ੀ ਨਹੀਂ ਦਿੱਤੀ, ਬਾਦਲ ਵਰਗਿਆਂ ਨੇ, ਬਾਦਲ ਦੇ ਪਰਿਵਾਰ ਨੇ, ਜਿਨ੍ਹਾਂ ਨੇ ਕੋਈ ਪਲੀਡਿੰਗ ਹੀ ਨਹੀਂ ਕੀਤੀ, ਜਿਨ੍ਹਾਂ ਨੇ ਕੋਈ ਪ੍ਰੇਅਰ ਹੀ ਨਹੀਂ ਕੀਤੀ, ਉਹਨਾਂ ਨੂੰ ਕਲੀਨ ਚਿੱਟ ਦਾ ਦੇਣ ਦਾ ਮਕਸਦ ਹੀ ਕੋਈ ਨਹੀਂ ਸੀਗਾ। ਇਸ ਕਰਕੇ ਇਹ ਜਿਹੜਾ ਅੱਜ ਦਾ ਰੋਸ ਪ੍ਰਦਰਸ਼ਨ ਹੈ, ਇਹ ਇੱਕ ਸਿਸਟਮ ਦੇ ਖਿਲਾਫ ਰੋਸ ਪ੍ਰਦਰਸ਼ਨ ਹੈ। ਜਿੱਦਾਂ 37 ਸਾਲ ਹੋ ਗਏ ਨੇ ਸਿੱਖ ਕਤਲੇਆਮ ਨੂੰ ਇਨਸਾਫ ਨਹੀਂ ਮਿਲਿਆ ਦਿੱਲੀ ਦੇ, ਇਹ ਉਸੇ ਤਰਜ਼ ਦੇ ਉੱਤੇ 6 ਸਾਲ ਤੋਂ ਇਹ ਮਾਮਲਾ ਘੜੀਸਿਆ ਜਾ ਰਿਹਾ, ਕਦੀ ਕਿਸੇ ਕਚਹਿਰੀ 'ਚ, ਕਦੀ ਕਿਸੇ SIT 'ਚ, ਕਦੀ ਕਿਸੇ ਕੋਰਟ 'ਚ। ਇਸ ਕਰਕੇ ਅੱਜ ਦਾ ਰੋਸ ਪ੍ਰਦਰਸ਼ਨ ਇੱਕ ਸਿੰਬੋਲਿਕ ਪ੍ਰੋਟੈਸਟ ਹੈ। ਅਸੀਂ ਕੋਵਿਡ ਦੇ ਮੱਦੇਨਜ਼ਰ ਰੱਖਦੇ ਨਹੀਂ ਚਾਹੁੰਦੇ ਸੀਗੇ ਕਿ ਬਹੁਤ ਵੱਡੇ ਇਕੱਠ ਹੋਣ, ਲੋਕਾਂ ਦੀਆਂ ਜਾਨਾਂ ਖਤਰੇ 'ਚ ਨੇ। ਇੱਕ ਪਾਸੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ, ਅਸੀਂ ਨਹੀਂ ਚਾਹੁੰਦੇ ਕਿ ਕਿਸਾਨਾਂ ਦੇ ਅੰਦੋਲਨ ਕੋਈ ਇੱਕ ਪੈਰਲਲ ਐਜੀਟੇਸ਼ਨ ਪੰਜਾਬ ਚਲਾਉਣ, ਪਰ ਇਸ ਮਸਲੇ ਨੂੰ ਜਾਣ ਵੀ ਦਿੱਤਾ ਨਹੀਂ ਜਾਇਆ ਜਾ ਸਕਦਾ ਸੀਗਾ। ਇਸ ਕਰਕੇ ਭਾਈ ਰਣਜੀਤ ਸਿੰਘ ਦੀ ਅਗਵਾਈ ਵਿੱਚ, ਜਿਹੜੇ ਕਿ ਇੱਕ ਧਾਰਮਿਕ ਆਗੂ ਨੇ ਪੰਜਾਬ ਦੇ, ਜਿਨ੍ਹਾਂ ਨੇ ਕੁਰਬਾਨੀ ਦਿੱਤੀ ਆ, ਉਹਨਾਂ ਦੀ ਅਗਵਾਈ ਵਿੱਚ ਅੱਜ ਇਸ ਜੱਜਮੈਂਟ ਦੀਆਂ ਕਾਪੀਆਂ ਸਾੜਨ ਦਾ ਜਿਹੜਾ ਐਲਾਨ ਆ, ਉਸ ਨੂੰ ਅੰਜਾਮ ਦੇਣ ਵਾਸਤੇ ਅਸੀਂ ਇਸ ਚੌਂਕ ਵਿੱਚ ਪਹੁੰਚੇ। ਨਿਆਂ ਪ੍ਰਣਾਲੀ ਆਪਣੀ ਜਗ੍ਹਾ ਦੇ ਉੱਤੇ ਆ। ਨਿਆਂ ਪ੍ਰਣਾਲੀ ਦਾ ਕੰਮ ਸੀਗਾ ਨੈਚੁਰਲ ਜਸਟਿਸ ਦੇਣਾ, ਇਨਸਾਫ ਦੇਣਾ, ਬਾਦਲ ਵਰਗੇ ਗੁਨਾਹਗਾਰਾਂ ਨੂੰ ਬਚਾਉਣਾ। ਇਹ ਨਿਆਂ ਪ੍ਰਣਾਲੀ ਦਾ ਕੰਮ ਨਹੀਂ ਸੀਗਾ। ਔਰ ਗੁਰਦੀਪ ਸਿੰਘ ਤੇ ਰਿਸ਼ਪਾਲ ਸਿੰਘ, ਇੱਕ ਹੌਲਦਾਰ, ਇੱਕ ਇੰਸਪੈਕਟਰ, ਜਿਹੜੇ ਰਿਟ ਕਰਦੇ ਨੇ ਔਰ ਜਿਹੜੇ ਵਕੀਲ ਕਰ ਰਹੇ ਨੇ, ਇੱਕ ਦਿਨ ਦੀ ਇੱਕ ਵਕੀਲ ਦੀ ਪੇਸ਼ੀ ਦੀ ਕੀਮਤ 10-10 ਲੱਖ ਰੁਪਈਆ ਸੀ। ਕੀ ਇੱਕ ਹੌਲਦਾਰ, ਇੱਕ ਥਾਣੇਦਾਰ 10 ਲੱਖ ਰੁਪਈਆ ਇੱਕ ਫੀਸ ਇੱਕ ਵਕੀਲ ਨੂੰ ਇੱਕ ਦਿਨ ਦਾ ਦੇ ਸਕਦਾ? ਕਰੋੜਾਂ ਰੁਪਏ ਦੀ ਫੀਸ ਦੀ ਅਦਾਇਗੀ ਇਹ ਵੀ ਦੱਸਦੀ ਆ ਕਿ ਇਸ ਰਿਟਾਂ ਦੇ ਪਿੱਛੇ, ਇਸ ਕਾਨੂੰਨੀ ਲੜਾਈ ਦੇ ਪਿੱਛੇ ਬਾਦਲ ਵਰਗੇ ਤਾਕਤਵਰ ਲੋਕ, ਸੁਮੇਧ ਸਿੰਘ ਸੈਣੀ ਵਰਗੇ ਗੁਨਾਹਗਾਰ ਲੋਕ, ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਲੋਕਾਂ ਨੂੰ ਮਾਰਿਆ, ਇਹ ਸਾਰਾ ਇੱਕ ਬਹੁਤ ਵੱਡਾ ਜਿਹਨੂੰ ਕਹਿੰਦੇ ਆ ਕਿ ਪਲਾਨ। ਜੇਲ੍ਹ ਤੋਂ ਰਿਹਾ ਹੋਣ ਮਗਰੋਂ ਦਰਬਾਰ ਸਾਹਿਬ ਪਹੁੰਚੇ ਦੀਪ ਸਿੱਧੂ ਨੇ ਲਾਲ ਕਿਲ੍ਹਾ ਘਟਨਾ ਬਾਰੇ ਕਿਹਾ ਕਿ ਉਹਨਾਂ ਨੂੰ ਸਾਜ਼ਿਸ਼ ਤਹਿਤ ਨਿਸ਼ਾਨਾ ਬਣਾਇਆ ਗਿਆ ਸੀ। ਕਿਸਾਨੀ ਮੋਰਚੇ ਤੇ ਗੱਲ ਕਰਦਿਆਂ ਕਿਹਾ ਕਿ ਜੋ ਕਿਸਾਨ ਆਗੂ ਪ੍ਰੋਗਰਾਮ ਉਲੀਕਣਗੇ ਉਸ ਉੱਤੇ ਫੁੱਲ ਚੜਾਏ ਜਾਣਗੇ। ਬੀਜੇਪੀ ਨਾਲ ਜੁੜੇ ਹੋਣ ਤੇ ਸਵਾਲ ਤੇ ਉਹਨਾਂ ਕਿਹਾ ਕਿ ਮੈਂ ਸਿਰਫ ਸੰਨੀ ਦਿਓਲ ਜੋ ਗੁਰਦਾਸਪੁਰ ਤੋਂ ਸੰਸਦ ਨੇ ਉਹਨਾਂ ਦੀ ਹਮਾਇਤ ਕੀਤੀ ਸੀ, ਬੀਜੇਪੀ ਦੀ ਨਹੀਂ। ਅਖੀਰ ਤੇ ਉਹਨਾਂ ਸਾਫ਼ ਕੀਤਾ ਕਿ ਉਹ ਨਵੀਂ ਪਾਰਟੀ ਬਣਾਉਣ ਨੂੰ ਤਿਆਰ ਨੇ, ਪਰ ਉਹ ਕਿਸੇ ਸ਼ਖਸੀਅਤ ਨੂੰ ਮੁੱਖ ਰੱਖ ਕੇ ਕਿਸੇ ਗੱਠਜੋੜ 'ਚ ਨਹੀਂ ਪੈਣਗੇ, ਸਗੋਂ ਏਜੰਡਿਆਂ ਨੂੰ ਮੁੱਖ ਰੱਖਣਗੇ। ਪੰਜਾਬ ਦੇ ਭਵਿੱਖ ਦੀ ਗੱਲ ਕੀਤੀ, ਨਵਜੋਤ ਸਿੰਘ ਸਿੱਧੂ ਬਹੁਤ ਜ਼ਿਆਦਾ ਇਸ ਟਾਈਮ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬੋਲ ਰਹੇ ਨੇ। ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਸੀਟ ਨੂੰ ਜਿਹੜਾ ਬਿਲਕੁਲ ਦਰਕਨਾਰ ਕਰਤਾ ਗਿਆ। ਕਿਸ ਤਰ੍ਹਾਂ ਵੇਖਦੇ ਹੋ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ? ਦੇਖੋ, ਇਹ ਤਾਂ ਮੇਨ ਸਟ੍ਰੀਮ ਪੋਲਿਟਿਕਸ ਦੇ ਸਾਰੇ ਬੰਦੇ ਆ, ਹੈ ਨਾ। ਇਹ ਜਿਹੜਾ ਮੇਨ ਸਟ੍ਰੀਮ ਪੋਲਿਟਿਕਸ ਹੁੰਦੀ ਆ ਨਾ, ਇੱਥੇ ਇੱਕ ਦੂਜੇ ਨੂੰ ਟਾਰਗੇਟ ਕਰਨਾ, ਔਰ ਹੋ ਸਕਦਾ ਵੀ ਉਹ ਕਈ ਵਾਰੀ ਇਸ ਲੈਵਲ ਤੱਕ ਚਲੇ ਜਾਂਦੇ ਆ ਵੀ ਉਹ ਤਰੀਕਾ ਤੇ ਸਲੀਕਾ ਵੀ ਭੁੱਲ ਜਾਂਦੇ ਆ, ਉਹਨਾਂ ਦੀ ਬੋਲੀ 'ਚ ਨਫਾਸਤ ਨਹੀਂ ਰਹਿੰਦੀ। ਪਰ ਮੈਨੂੰ ਐਂ ਲੱਗਦਾ ਵੀ ਸਾਨੂੰ ਇਹ ਸਭ ਚੀਜ਼ਾਂ ਸਿੱਖਣੀਆਂ ਪੈਣਗੀਆਂ, ਚਾਹੇ ਕੌਨਫਲਿਕਟ ਪੋਲਿਟਿਕਸ ਹੋਵੇ, ਚਾਹੇ ਮੇਨ ਸਟ੍ਰੀਮ ਪੋਲਿਟਿਕਸ ਹੋਵੇ। ਲਾਸਟ ਕੁਐਸਚਨ ਹੈ ਜੀ, ਕੁੰਵਰ ਵਿਜੇ ਪ੍ਰਤਾਪ ਸਿੰਘ ਜੇ ਅਗਰ ਕੋਈ ਪਾਰਟੀ 'ਚ ਜਾਂਦੇ ਨੇ ਜਾਂ ਨਵਜੋਤ ਸਿੰਘ ਸਿੱਧੂ ਕੋਈ ਪਾਰਟੀ ਬਣਾਉਂਦੇ ਨੇ, ਕਿਆ ਉਸ ਵਿੱਚ ਦੀਪ ਸਿੱਧੂ ਨਜ਼ਰ ਆ ਸਕਦਾ ਹੈ ਜੀ? ਨਹੀਂ, ਇਹ ਦੇਖੋ, ਬੰਦਿਆਂ ਦੇ ਨਾਲ ਪਾਰਟੀ ਆਈਡੈਂਟੀਫਾਈ ਨਹੀਂ ਮੈਂ ਕਰਦਾ। ਪਾਰਟੀ ਦੀ ਸਟ੍ਰੈਟਜੀ ਕੀ ਆ, ਪਾਰਟੀ ਦੀ ਉਹਨਾਂ ਦੀ ਰਣਨੀਤੀ ਕੀ ਆ, ਉਹਨਾਂ ਦੀ ਆਈਡੀਓਲੋਜੀ ਕੀ ਆ, ਉਹ ਕਿਹੜੇ ਮਸਲਿਆਂ ਦੀ ਗੱਲ ਕਰ ਰਹੇ ਆ, ਉਹਦੇ ਨਾਲ ਮੇਰਾ ਤਾਰੁਫ ਹੋਊਗਾ। ਜੇ ਕੋਈ ਇਹੋ ਜਿਹੀ ਪਾਰਟੀ ਜਿਹੜੀ ਪੰਜਾਬ ਦੇ ਅਸਲ ਮੁੱਦਿਆਂ ਦੀ ਗੱਲ ਕਰਦੀ ਆ, ਪੰਜਾਬ ਦੀ ਆਈਡੀਓਲੋਜੀ ਦੀ ਗੱਲ ਕਰਦੀ ਆ, ਜਿਹੜੀ ਸਾਡੇ ਇਮੋਸ਼ਨਸ ਆ, ਲੋਕਾਂ ਦੇ ਜੈਨੂਇਨ ਇਮੋਸ਼ਨਸ, ਉਹਨਾਂ ਦੀ ਗੱਲ ਕਰਦੀ ਆ, ਸੋ ਆਈਲ ਬੀ ਵਿਦ them then। ਅੱਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਲੀ ਵਿੱਚ ਗੁਰਦੁਆਰਾ ਸ਼੍ਰੀ ਸੀਸਗੰਜ ਸਾਹਿਬ ਵਿਖੇ ਸ਼ਿਰਕਤ ਕੀਤੀ ਗਈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਵੱਲੋਂ ਇੱਕ ਟਵੀਟ ਵਿੱਚ ਲਿਖਿਆ ਗਿਆ ਕਿ ਜਿਸ ਵਿੱਚ ਉਹਨਾਂ ਸ਼੍ਰੀ ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਖਾਸ ਮੌਕੇ ਤੇ ਮੈਂ ਉਹਨਾਂ ਨੂੰ ਨਮਨ ਕਰਦਾ ਹਾਂ।
ਪਿਛੜਿਆਂ ਦੀ ਸੇਵਾ ਕਰਨ ਅਤੇ ਕੁਰਬਾਨੀ ਲਈ ਦੁਨੀਆ ਭਰ ਵਿੱਚ ਉਹਨਾਂ ਦਾ ਸਨਮਾਨ ਹੈ। ਉਹਨਾਂ ਬੇਇਨਸਾਫੀ ਤੇ ਜ਼ੁਲਮ ਖਿਲਾਫ ਝੁਕਣ ਤੋਂ ਇਨਕਾਰ ਕਰ ਦਿੱਤਾ ਸੀ। ਉਹਨਾਂ ਦਾ ਸਰਵਉੱਚ ਬਲੀਦਾਨ ਲੋਕਾਂ ਨੂੰ ਮਜ਼ਬੂਤੀ ਤੇ ਪ੍ਰੇਰਨਾ ਦਿੰਦਾ ਹੈ। ਦੱਸਣਾ ਬਣਦਾ ਹੈ ਕਿ ਗੁਰਦੁਆਰਾ ਸਾਹਿਬ ਤੋਂ ਕੁਝ ਸਮੇਂ ਦੀ ਦੂਰੀ ਤੇ ਬੈਠੇ ਅੰਦੋਲਨ ਲੜ ਰਹੇ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਲਗਭਗ ਉਹਨਾਂ ਨੂੰ 5 ਮਹੀਨੇ ਹੋ ਚੁੱਕੇ ਨੇ ਅਤੇ ਕਿਸਾਨਾਂ ਦਾ ਵੀ ਇਹ ਕਹਿਣਾ ਹੈ ਕਿ ਉਹ ਬੇਇਨਸਾਫੀ ਤੇ ਜ਼ੁਲਮ ਖਿਲਾਫ ਝੁਕਣ ਤੋਂ ਇਨਕਾਰ ਕਰਦੇ ਨੇ ਅਤੇ ਸੰਘਰਸ਼ ਦੌਰਾਨ 500 ਤੋਂ ਉੱਪਰ ਕਿਸਾਨ ਕੁਰਬਾਨੀ ਵੀ ਦੇ ਚੁੱਕੇ ਨੇ। ਤੁਸੀਂ ਚੱਕਦੇ ਟੀਵੀ ਦੇਖ ਰਹੇ ਹੋ। ਮੈਂ ਹਾਂ ਗੁਰਵਿੰਦਰ। ਕਿਸਾਨੀ ਸੰਘਰਸ਼ ਇੱਕ ਪਾਸੇ ਲਗਾਤਾਰ ਜਾਰੀ ਹੈ, ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਰਦੁਆਰਾ ਸ਼੍ਰੀ ਸੀਸਗੰਜ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਨੇ। ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ। ਇੱਕ ਪਾਸੇ ਤਸਵੀਰਾਂ ਜਿਹੜੀਆਂ ਨੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਤੁਹਾਡੇ ਸਾਹਮਣੇ ਆ ਰਹੀਆਂ ਨੇ, ਜਿੱਥੇ ਉਹ ਨਤਮਸਤਕ ਹੋਣ ਲਈ ਗੁਰਦੁਆਰਾ ਸ਼੍ਰੀ ਸੀਸਗੰਜ ਸਾਹਿਬ ਜਿਹੜਾ ਦਿੱਲੀ ਦੇ ਚਾਂਦਨੀ ਚੌਕ ਵਿੱਚ ਸਥਿਤ ਹੈ ਉੱਥੇ ਪਹੁੰਚੇ ਨੇ। ਤੁਹਾਨੂੰ ਦੱਸ ਦਿੰਦੇ ਹਾਂ ਕਿ ਅੱਜ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਤਮਸਤਕ ਹੋਣ ਲਈ ਗੁਰਦੁਆਰਾ ਸਾਹਿਬ ਪਹੁੰਚੇ ਨੇ। ਤੁਹਾਨੂੰ ਦੱਸ ਦਿੰਦੇ ਉਹਨਾਂ ਨੇ ਬਹੁਤੀ ਪ੍ਰੋਟੋਕਾਲ ਜਿਹੜੀ ਉਹ ਵੀ ਫੋਲੋ ਨਹੀਂ ਕੀਤੀ ਤੇ ਬਿਨਾਂ ਸਿਕਿਉਰਿਟੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੁੰਦੇ ਦੇਖ ਰਹੇ ਨੇ। ਤਸਵੀਰਾਂ ਦੇ ਵਿੱਚ ਤੁਹਾਨੂੰ ਦੱਸ ਦਿੰਦੇ ਆ ਕਿ ਪਿਛਲੇ ਦਿਨੀ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਤਮਸਤਕ ਹੋਣ ਲਈ ਅਚਾਨਕ ਪਹੁੰਚੇ ਸੀਗੇ। ਅਜਿਹਾ ਹੀ ਅੱਜ ਇੱਕ ਵਾਰ ਫਿਰ ਹੋਇਆ ਜਦ ਸਵੇਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਚਨਚੇਤ ਪਹੁੰਚ ਗਏ ਗੁਰਦੁਆਰਾ ਸ਼੍ਰੀ ਸੀਸਗੰਜ ਸਾਹਿਬ ਦਿੱਲੀ ਸਥਿਤ, ਦਿੱਲੀ ਦੇ ਚਾਂਦਨੀ ਚੌਕ ਸਥਿਤ ਗੁਰਦੁਆਰਾ ਸਾਹਿਬ ਹੈ, ਜਿੱਥੇ ਪ੍ਰਧਾਨ ਮੰਤਰੀ ਨੇ ਪਹੁੰਚ ਕੇ ਨਤਮਸਤਕ ਹੋਏ ਤੇ ਪ੍ਰਸ਼ਾਦ ਵੀ ਉਹਨਾਂ ਨੇ ਗ੍ਰਹਿਣ ਕੀਤਾ। ਤੁਹਾਨੂੰ ਦੱਸ ਦਿੰਦੇ ਆ ਕਿ ਲਗਾਤਾਰ ਇੱਕ ਪਾਸੇ ਕਿਸਾਨੀ ਸੰਘਰਸ਼ ਜਾਰੀ ਹੈ, ਕਰੋਨਾ ਮਹਾਮਾਰੀ ਜਾਰੀ ਹੈ, ਤਾਂ ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗੁਰਦੁਆਰਾ ਸਾਹਿਬ ਨਤਮਸਤਕ ਹੋਣਾ ਇਹ ਆਪਣੇ ਆਪ 'ਚ ਸਾਰੀਆਂ ਕੜੀਆਂ ਨੂੰ ਆਪਸ ਦੇ ਵਿੱਚ ਜੋੜਦਾ ਹੈ। ਪਿਛਲੇ ਦਿਨੀ ਵੀ ਰਕਾਬਗੰਜ ਸਾਹਿਬ ਗੁਰਦੁਆਰਾ ਸਾਹਿਬ ਜਦੋਂ ਪਹੁੰਚੇ ਸੀਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਤਾਂ ਉਸ ਤੋਂ ਬਾਅਦ ਉਹਨਾਂ ਨੂੰ ਸਿਰਪਾਓ ਜਿਹੜਾ ਭੇਟ ਕੀਤਾ ਗਿਆ ਸੀਗਾ, ਪਰ ਉਸ ਤੋਂ ਬਾਅਦ ਕਈ ਸਵਾਲ ਖੜੇ ਹੋਏ ਸੀਗੇ। ਤੇ ਹੁਣ ਇਸ ਵਾਰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਤਾਂ ਫਿਲਹਾਲ ਜਿਹੜੀਆਂ ਹੁਣ ਤੱਕ ਤਸਵੀਰਾਂ ਸਾਹਮਣੇ ਆਈਆਂ ਨੇ ਉਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿਰਪਾ ਜਿਹੜਾ ਹੈ ਉਹ ਨਹੀਂ ਭੇਟ ਕੀਤਾ ਗਿਆ। ਤੁਹਾਨੂੰ ਦੱਸ ਦਿੰਦੇ ਹਾਂ ਕਿ ਵੱਡੀ ਖਬਰ ਫਿਲਹਾਲ ਅੱਜ ਦੀ ਤੇ ਇਸ ਵੇਲੇ ਦੀ ਇਹ ਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰਦੁਆਰਾ ਸ਼੍ਰੀ ਸੀਸਗੰਜ ਸਾਹਿਬ ਚਾਂਦਨੀ ਚੌਕ ਵਿੱਚ ਜਿਹੜਾ ਸਥਿਤ ਹੈ ਉੱਥੇ ਨਤਮਸਤਕ ਹੋਣ ਲਈ ਪਹੁੰਚੇ। ਅਚਾਨਕ ਉਹਨਾਂ ਦੀ ਇਹ ਫੇਰੀ ਸੀਗੀ, ਅਚਾਨਕ ਉਹ ਨਤਮਸਤਕ ਹੋਣ ਲਈ ਪਹੁੰਚੇ। ਉਹਨਾਂ ਨੇ ਪ੍ਰੋਟੋਕਾਲ ਵੀ ਫੋਲੋ ਨਹੀਂ ਕੀਤਾ। ਤੁਹਾਨੂੰ ਦੱਸ ਦਿੰਦੇ ਹਾਂ ਕਿ ਸਿਕਿਉਰਿਟੀ ਦਾ ਵੀ ਸ਼ਾਇਦ ਉਹਨਾਂ ਵੱਡੇ ਪੱਧਰ ਤੇ ਇੰਤਜ਼ਾਮ ਨਹੀਂ ਸੀਗਾ ਜਿਵੇਂ ਆਮ ਤੌਰ ਤੇ ਪ੍ਰਧਾਨ ਮੰਤਰੀ ਦੇ ਪਹੁੰਚਣ ਵੇਲੇ ਹੁੰਦਾ ਹੈ। ਅਚਨਚੇਤ ਫੇਰੀ ਸੀਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੇ ਅੱਜ ਉਹ ਗੁਰਦੁਆਰਾ ਸ਼੍ਰੀ ਸੀਸਗੰਜ ਸਾਹਿਬ ਦੇ ਵਿੱਚ ਨਤਮਸਤਕ ਹੋਏ। ਪਿਛਲੇ ਦਿਨੀ ਵੀ ਰਕਾਬਗੰਜ ਸਾਹਿਬ ਗੁਰਦੁਆਰੇ ਦੇ ਵਿੱਚ ਨਤਮਸਤਕ ਹੋਏ ਸਨ ਪ੍ਰਧਾਨ ਮੰਤਰੀ। ਇੱਕ ਪਾਸੇ ਕਿਸਾਨੀ ਸੰਘਰਸ਼ ਲਗਾਤਾਰ ਜਾਰੀ ਹੈ, ਕਿਸਾਨ ਲਗਾਤਾਰ ਪਰੇਸ਼ਾਨ ਨੇ। ਪਿਛਲੇ 5.5 ਮਹੀਨੇ ਦੇ ਕਰੀਬ ਹੋਣ ਵਾਲੇ ਨੇ। ਕਿਸਾਨ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਤੇ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਦੇ ਖਿਲਾਫ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ। ਤਾਂ ਦੂਜੇ ਪਾਸੇ ਕਰੋਨਾ ਮਹਾਮਾਰੀ ਉਹਦੇ ਪੈਰਲਲ ਕਰੋਨਾ ਮਹਾਮਾਰੀ ਵੀ ਲਗਾਤਾਰ ਜਾਰੀ ਹੈ ਤੇ ਕਰੋਨਾ ਮਹਾਮਾਰੀ ਦੇ ਦੌਰਾਨ ਦਿੱਲੀ ਸਣੇ ਪੂਰੇ ਦੇਸ਼ ਦੇ ਵਿੱਚ ਹੜਕੰਪ ਮੱਚਿਆ ਹੋਇਆ ਹੈ। ਤੇ ਇਸ ਸਭ ਦੇ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਦੇ ਵਿੱਚ ਅਚਨਚੇਤ ਜਿਹੜੀ ਫੇਰੀ ਹੈ ਉਹ ਆਪਣੇ ਆਪ ਦੇ ਵਿੱਚ ਕੁਝ ਸਵਾਲ ਜ਼ਰੂਰ ਇਹੋ ਜਿਹੇ ਪੈਦਾ ਕਰਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਤੇ ਚੱਲ ਜਾਂਦੇ ਨੇ ਪਰ ਉਹ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਲਈ ਨਹੀਂ ਪਹੁੰਚਦੇ, ਕਿਉਂਕਿ ਪਿਛਲੇ ਦਿਨੀ ਵੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਕਾਬਗੰਜ ਸਾਹਿਬ ਗੁਰਦੁਆਰਾ ਨਤਮਸਤਕ ਹੋਣ ਲਈ ਪਹੁੰਚੇ ਸੀਗੇ ਤਾਂ ਉਸ ਤੋਂ ਬਾਅਦ ਇਸ ਤਰੀਕੇ ਦੇ ਕਈ ਸਵਾਲ ਜਿਹੜੇ ਸੀ ਉਹ ਸਾਹਮਣੇ ਆਏ ਸੀ। ਹਾਲਾਂਕਿ ਜਿਹੜੀ ਸ਼ਰਧਾ ਹੈ ਉਹ ਇੱਕ ਆਪਣੀ ਅਲੱਗ ਜਗ੍ਹਾ ਹੈ ਉਸ ਦੀ, ਤੇ ਜਿਹੜੇ ਵੈਸੇ ਸਰਕਾਰ ਦੇ ਕੰਮਕਾਜ ਹੁੰਦੇ ਨੇ ਉਹ ਇੱਕ ਵੱਖਰੀ ਜਗ੍ਹਾ ਹੈ। ਪਰ ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਧਾਨ ਮੰਤਰੀ ਦੀ ਇਸ ਫੇਰੀ ਤੋਂ ਬਾਅਦ ਲੋਕਾਂ ਦੇ ਤੇ ਆਮ ਰਿਐਕਸ਼ਨ ਜਿਹੜੇ ਉਹ ਕੀ ਹੁੰਦੇ ਨੇ। ਆਖਰੀ ਖਬਰ ਗੁਜਰਾਤ ਤੋਂ ਹੈ, ਜਿੱਥੇ ਬੀਤੀ ਸ਼ੁੱਕਰਵਾਰ ਭਰੂਚ ਜ਼ਿਲ੍ਹੇ ਵਿੱਚ ਇੱਕ ਹਸਪਤਾਲ 'ਚ ਅੱਗ ਲੱਗ ਗਈ ਅਤੇ 18 ਮਰੀਜ਼ਾਂ ਦੀ ਜਿਉਂਦਿਆਂ ਸੜਨ ਨਾਲ ਮੌਤ ਹੋ ਗਈ। 4 ਮੰਜ਼ਲਾ ਹਸਪਤਾਲ ਵਿੱਚ 50 ਦੇ ਕਰੀਬ ਹੋਰ ਵੀ ਮਰੀਜ਼ ਸਨ, ਜਿਨ੍ਹਾਂ ਨੂੰ ਸਥਾਨਕ ਲੋਕਾਂ ਅਤੇ ਅੱਗ ਬੁਝਾਊ ਅਮਲੇ ਦੇ ਮਦਦ ਨਾਲ ਬੁਝਾਇਆ ਗਿਆ। ਖਬਰ ਲਿਖੇ ਜਾਣ ਤੱਕ 12 ਮੌਤਾਂ ਦੀ ਪੁਸ਼ਟੀ ਹੋਈ ਸੀ, ਜੋ ਮਗਰੋਂ ਵੱਧ ਕੇ 18 ਹੋ ਗਈ। ਵਧੇਰੇ ਜਾਣਕਾਰੀ ਲਈ ਆਓ ਰੁਕ ਕਰਦੇ ਹਾਂ ਸਟੂਡੀਓ ਵੱਲ। ਤੁਸੀਂ ਚੱਕਦੇ ਟੀਵੀ ਦੇਖ ਰਹੇ ਹੋ। ਮੈਂ ਹਾਂ ਗੁਰਵਿੰਦਰ। ਵੱਡੀ ਖਬਰ ਗੁਜਰਾਤ ਤੋਂ ਸਾਹਮਣੇ ਆ ਰਹੀ ਹੈ। ਗੁਜਰਾਤ ਦੇ ਇੱਕ ਹਸਪਤਾਲ ਦੇ ਵਿੱਚ, ਇੱਕ ਨਿੱਜੀ ਹਸਪਤਾਲ ਦੇ ਵਿੱਚ ਅੱਗਜਨੀ ਦੀ ਘਟਨਾ ਸਾਹਮਣੇ ਆਈ ਹੈ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ, ਸਾਈਡ ਤੇ ਤਸਵੀਰਾਂ ਚੱਲ ਰਹੀਆਂ ਨੇ, ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਅੱਗ ਲੱਗਣ ਤੋਂ ਬਾਅਦ ਹਫੜਾ ਤਫੜੀ ਮਚ ਗਈ। ਦੱਸਿਆ ਜਾ ਰਿਹਾ ਹੈ ਕਿ ਗੁਜਰਾਤ ਦੇ
ਭਰੂਚ ਵਿੱਚ ਇਹ ਆਗਜਨੀ ਦੀ ਘਟਨਾ ਹੋਈ ਹੈ। ਇੱਕ ਹਸਪਤਾਲ ਹੈ ਪਟੇਲ ਵੈਲਫੇਅਰ ਕਰੋਨਾ ਹਸਪਤਾਲ, ਜਿਸ ਦੇ ਵਿੱਚ ਇਹ ਆਗਜਨੀ ਦੀ ਘਟਨਾ ਹੋਈ। ਦੱਸਿਆ ਜਾ ਰਿਹਾ ਹੈ ਕਿ ਪਹਿਲਾ ਘਟਨਾ ਆਈਸੀਯੂ ਦੇ ਵਿੱਚ ਵਾਪਰੀ। ਆਈਸੀਯੂ ਦੇ ਵਿੱਚ ਅੱਗ ਲੱਗਣ ਦੀ ਖਬਰ ਮਿਲੀ। ਉਸ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੂੰ, ਹਸਪਤਾਲ ਦੇ ਵਿੱਚ ਮੌਜੂਦ ਲੋਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਹਫੜਾ ਤਫੜੀ ਦੇ ਵਿੱਚ ਕੁਝ ਮਰੀਜ਼ਾਂ ਨੂੰ ਹਸਪਤਾਲ ਤੋਂ ਬਾਹਰ ਕੱਢ ਲਿਆ ਗਿਆ, ਜਦਕਿ 12 ਦੇ ਕਰੀਬ ਮਰੀਜ਼ਾਂ ਦੀ ਜਿਹੜੀ ਹੈ ਉਹ ਹਸਪਤਾਲ ਦੇ ਵਿੱਚ ਮੌਤ ਹੋਣ ਦੀ ਖਬਰ ਹੈ। ਕਾਫੀ ਦੁਖਦ ਖਬਰ ਹੈ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰ੍ਹਾਂ ਐਂਬੂਲੈਂਸ ਆ ਰਹੀਆਂ ਨੇ, ਕਿਸ ਤਰੀਕੇ ਦੇ ਨਾਲ ਹਸਪਤਾਲ ਦੇ ਵਿੱਚ ਹਫੜਾ ਤਫੜੀ ਦਾ ਮਾਹੌਲ ਹੈ। ਗੁਜਰਾਤ ਦੇ ਭਰੂਚ ਦੀ ਇਹ ਖਬਰ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਕਰੋਨਾ ਵਾਇਰਸ ਦੇ ਚੱਲਦੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਤਬਾਹੀ ਪੂਰੇ ਦੇਸ਼ ਤੇ ਦੁਨੀਆ ਦੇ ਵਿੱਚ ਹੋ ਰਹੀ ਹੈ, ਉੱਥੇ ਹੀ ਦੁਖਦ ਖਬਰ ਇਹ ਹੈ ਕਿਉਂਕਿ ਆਮ ਜੇਕਰ ਮੌਤ ਆਉਂਦੀ ਹੈ, ਕੋਈ ਕਿਸੇ ਦੀ ਡੈਥ ਹੁੰਦੀ ਹੈ ਤੇ ਉਹ ਇੱਕ ਅਲੱਗ ਘਟਨਾ ਹੁੰਦੀ ਹੈ, ਪਰ ਇੱਕ ਲਾਪਰਵਾਹੀ ਦੇ ਚੱਲਦੇ ਜਦੋਂ ਅੱਗਜਨੀ ਦੀ ਇਸ ਤਰੀਕੇ ਦੀ ਘਟਨਾ ਜਾਂ ਫਿਰ ਇਸ ਤਰੀਕੇ ਦੀ ਮੌਤ ਹੁੰਦੀ ਹੈ ਤੇ ਉਹ ਕਾਫੀ ਦੁੱਖ ਉਸ ਚੀਜ਼ ਦੀ ਜਿਹੜੀ ਹੈ ਉਹ ਪੂਰਤੀ ਸ਼ਾਇਦ ਨਹੀਂ ਕੀਤੀ ਜਾਂਦੀ, ਕਿਉਂਕਿ ਆਮ ਲੋਕਾਂ ਦਾ ਜਿਹੜਾ ਸੋਚਣਾ ਉਹ ਇਹ ਹੈ ਕਿ ਪ੍ਰਸ਼ਾਸਨ ਦੀ ਕਿਤੇ ਨਾ ਕਿਤੇ ਜਾਂ ਫਿਰ ਜਿਹੜਾ ਹਸਪਤਾਲ ਪ੍ਰਸ਼ਾਸਨ ਹੁੰਦਾ ਉਸ ਦੀ ਕੋਈ ਨਾ ਕੋਈ ਨਾਕਾਮੀ ਹੁੰਦੀ। ਹਾਲਾਂਕਿ ਘਟਨਾ ਜਿਹੜੀ ਵਾਪਰੀ ਹੈ ਉਸ ਦੇ ਵਿੱਚ ਹੁਣ ਤੱਕ ਇਹ ਨਹੀਂ ਪਤਾ ਲੱਗਾ ਕਿ ਘਟਨਾ ਵਾਪਰੀ ਕਿਉਂ ਹੈ, ਕਿ ਸ਼ਾਰਟ ਸਰਕਟ ਹੋਇਆ ਜਾਂ ਫਿਰ ਕੀ ਕਾਰਨ ਹੋਇਆ ਕਿ ਆਈਸੀਯੂ ਦੇ ਵਿੱਚ ਇਹ ਘਟਨਾ ਵਾਪਰੀ। ਤੇ ਆਈਸੀਯੂ ਦੇ ਵਿੱਚ ਅੱਗ ਲੱਗਣ ਤੋਂ ਬਾਅਦ ਹੌਲੀ-ਹੌਲੀ ਅੱਗ ਨੇ ਕਰੋਨਾ ਵਾਰਡ ਤੇ ਹੋਰ ਜਿਹੜੇ ਹਸਪਤਾਲ ਦੇ ਵਿੱਚ ਹੋਰ ਵਾਰਡ ਸੀਗੇ ਉਸ ਨੂੰ ਆਪਣੀ ਲਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਤੇ ਇੱਕ ਵੱਡੀ ਆਗਜਨੀ ਦੀ ਘਟਨਾ ਜਿਹੜੀ ਆ ਉਹ ਭਰੂਚ ਦੇ ਹਸਪਤਾਲ ਦੇ ਵਿੱਚ ਵਾਪਰੀ ਹੈ। ਤੇ ਜਿੱਥੇ ਕਰੋਨਾ ਦਾ ਇਹ ਹਸਪਤਾਲ ਸੀਗਾ, ਕਰੋਨਾ ਦੇ ਵੱਡੀ ਗਿਣਤੀ ਦੇ ਵਿੱਚ ਮਰੀਜ਼ ਜਿਹੜੇ ਆ ਉਹ ਹਸਪਤਾਲ ਦੇ ਵਿੱਚ ਦਾਖਲ ਸੀਗੇ ਤੇ ਜਦੋਂ ਇਹ ਘਟਨਾ ਵਾਪਰਦੀ ਉਸ ਸਮੇਂ ਹਫੜਾ ਤਫੜੀ ਮਚ ਜਾਂਦੀ ਹੈ। ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਮਰੀਜ਼ ਜਿਹੜੇ ਆ ਉਹ ਹਸਪਤਾਲ ਦੀ ਬਿਲਡਿੰਗ ਤੋਂ ਬਾਹਰ ਲਿਆਂਦੇ ਜਾਣ। ਐਂਬੂਲੈਂਸ ਦੇ ਜ਼ਰੀਏ ਉਹਨਾਂ ਮਰੀਜ਼ਾਂ ਨੂੰ ਜਿਹੜਾ ਉਹ ਦੂਜੇ ਹਸਪੀਟਲ ਦੇ ਵਿੱਚ ਸ਼ਿਫਟ ਕਰਨ ਦੀ ਕੁਐਸਟ ਜਿਹੜੀ ਹੈ ਉਹ ਵੀ ਰਾਤੋਂ ਰਾਤ ਸ਼ੁਰੂ ਹੋ ਜਾਂਦੀ ਹੈ ਤੇ ਵੱਡੀ ਗਿਣਤੀ ਦੇ ਵਿੱਚ ਮਰੀਜ਼ ਹਾਲਾਂਕਿ ਉੱਥੋਂ ਕੱਢ ਲਏ ਜਾਂਦੇ ਨੇ ਤੇ ਦੂਜੇ ਹਸਪਤਾਲ ਸ਼ਿਫਟ ਕਰ ਦਿੱਤੇ ਜਾਂਦੇ ਨੇ। ਪਰ ਜਿਹੜੀ ਇਹ ਘਟਨਾ ਵਾਪਰੀ ਬੇहद ਦੁਖਦ ਘਟਨਾ ਹੈ ਤੇ ਇਸ ਘਟਨਾ ਦੇ ਵਿੱਚ ਹੁਣ ਤੱਕ ਜਿਹੜੀ ਅਪਡੇਟ ਹੈ ਉਹ ਇਹ ਹੈ ਕਿ 12 ਵਿਅਕਤੀਆਂ ਦੀ ਮੌਤ ਹੋ ਚੁੱਕੀ, ਯਾਨੀ ਕਿ 12 ਵਿਅਕਤੀ ਜਿਹੜੇ ਨੇ ਉਹ ਇਸ ਘਟਨਾ ਦੇ ਵਿੱਚ ਜਾਨ ਗਵਾ ਚੁੱਕੇ ਨੇ। ਹਸਪਤਾਲ ਪ੍ਰਸ਼ਾਸਨ ਦਾ ਹਾਲੇ ਤੱਕ ਕੋਈ ਵੀ ਇਸ ਤੇ ਪ੍ਰਤੀਕਰਮ ਸਾਹਮਣੇ ਨਹੀਂ ਆਇਆ ਕਿ ਘਟਨਾ ਵਾਪਰੀ, ਕਿਉਂਕਿ ਘਟਨਾ ਅੱਗ ਲੱਗਣ ਦੀ ਜਿਹੜੀ ਘਟਨਾ ਹੋਈ ਹੈ ਉਸ ਤੇ ਹਾਲੇ ਤੱਕ ਸੂਹ ਨਹੀਂ ਮਿਲੀ ਕਿ ਉਹ ਘਟਨਾ ਹੋਈ ਕਿਉਂ ਹੈ। ਪਰ ਫਿਲਹਾਲ ਖਬਰ ਜਿਹੜੀ ਉਹ ਇਹ ਹੈ ਕਿ ਗੁਜਰਾਤ ਦੇ ਇੱਕ ਹਸਪਤਾਲ ਦੇ ਵਿੱਚ ਇੱਕ ਵੱਡੀ ਆਗਜਨੀ ਦੀ ਘਟਨਾ ਵਾਪਰੀ ਹੈ, ਜਿਸ ਦੇ ਵਿੱਚ 12 ਵਿਅਕਤੀਆਂ ਦੀ ਮੌਤ ਹੋਣ ਦੀ ਖਬਰ ਹੈ। ਕਰੋਨਾ ਵਿਚਕਾਰ ਇੱਕ ਬਹੁਤ ਹੀ ਦੁਖਦ ਖਬਰ ਹੈ, ਕਿਉਂਕਿ ਕਰੋਨਾ ਦੇ ਚੱਲਦੇ ਵੈਸੇ ਹੀ ਪੂਰੇ ਦੇਸ਼ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਹਾਹਾਕਾਰ ਮਚਿਆ ਹੋਇਆ ਹੈ। ਪਰ ਇਸ ਤਰੀਕੇ ਦੀ ਖਬਰ ਆਉਣਾ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਲਾਪਰਵਾਹੀ ਜਾਂ ਫਿਰ ਹਸਪਤਾਲ ਪ੍ਰਸ਼ਾਸਨ ਦੀ ਲਾਪਰਵਾਹੀ ਵੀ ਹੈ। ਸਵਾਲ ਖੜੇ ਹੁੰਦੇ ਨੇ ਹਸਪਤਾਲ ਦੇ ਉੱਤੇ ਵੀ। ਕਰੋਨਾ ਵਾਰਡ ਜਿਹੜਾ ਹੈ ਉਸ ਦੇ ਵਿੱਚੋਂ ਜ਼ਿਆਦਾਤਰ ਮਰੀਜ਼ਾਂ ਨੂੰ ਹਾਲਾਂਕਿ ਕੱਢ ਲਿਆ ਗਿਆ, ਪਰ 12 ਵਿਅਕਤੀਆਂ ਦੀ ਮੌਤ ਜਿਹੜੀ ਹੈ ਉਹ ਇਸ ਘਟਨਾ ਦੇ ਵਿੱਚ ਹੋ ਗਈ ਹੈ। ਜਾਣਕਾਰੀ ਲਈ ਦੱਸ ਦਈਏ ਕਿ ਮੌਤਾਂ ਦੀ ਗਿਣਤੀ ਪਹਿਲਾਂ 12 ਵਜੇ ਹੋਈ ਸੀ, ਬਾਅਦ ਚੋਂ ਪੁਸ਼ਟੀ ਹੋਈ ਤਾਂ 18 ਮੌਤਾਂ ਦੀ ਗਿਣਤੀ ਸਾਹਮਣੇ ਆਈ ਹੈ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਕੱਲ ਫੇਰ ਤਾਜ਼ਾ ਤਰੀਨ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।